ਮਨਦੀਪ ਰਿੰਪੀ ਦੀ ਕਹਾਣੀ ਰਾਖ ਦੀ ਢੇਰੀ। ਇੱਕ ਨਾਂ ਨਾਲ ਉਹ ਤਰਪ ਕੇ ਖੜੀ ਹੋ ਗਈ ਜਿਵੇਂ ਕੋਈ ਬੁੱਤ ਹੋਵੇ। ਉਹਨੂੰ ਯਕੀਨ ਨਹੀਂ ਸੀ ਆ ਰਿਹਾ ਉਸ ਆਵਾਜ਼ ਤੇ। ਥੋੜੀ ਦੇਰ ਉਂਝ ਹੀ ਪੱਥਰ ਬਣੀ ਖੜੀ ਹੋਈ ਆਸੇ-ਪਾਸੇ ਵੇਖਣ ਲੱਗੀ, ਪਰ ਉੱਥੇ ਤਾਂ ਕੋਈ ਵੀ ਨਹੀਂ ਸੀ। ਸ਼ਾਇਦ ਇਹ ਆਵਾਜ਼ ਉਸ ਦੇ ਵਹਿਮ ਦਾ ਹੀ ਇੱਕ ਅਹਿਮ ਹਿੱਸਾ ਸੀ, ਉਹ ਵਹਿਮ ਜਿਹੜਾ ਪਿਛਲੇ 50-55 ਵਰ੍ਹਿਆਂ ਤੋਂ ਉਹਦੀ ਉਮਰ ਦੇ ਨਾਲ-ਨਾਲ ਫੈਲਦਾ ਜਾ ਰਿਹਾ ਸੀ ਉਸ ਦੇ ਸੁਪਨਿਆਂ ਵਿੱਚ। ਉਂਝ ਵੀ ਇਹ ਕਿਹੜਾ ਅੱਜ ਦੀ ਗੱਲ ਸੀ, ਉਹ ਤਾਂ ਰਾਤਾਂ ਨੂੰ ਵੀ ਉੱਬੜ ਵਾਹੀ ਉੱਠ ਪੈਂਦੀ ਜਦੋਂ ਇਹ ਨਾਂ ਉਸ ਦੇ ਕੰਨਾਂ ਵਿੱਚ ਗੂੰਜਦਾ ਹੋਇਆ ਉਸ ਦੇ ਖਿਆਲਾਂ ਵਿੱਚ ਪਰਛਾਵਿਆਂ ਵਾਂਗ ਉਸ ਦੀ ਰੂਹ ਨਾਲ ਆ ਚਿੰਬੜਦਾ। ਪਰ ਅੱਜ ਤਾਂ ਉਸ ਨੂੰ ਇੰਝ ਜਾਪਿਆ ਜਿਵੇਂ ਇਹ ਆਵਾਜ਼ ਉਸ ਦੀ ਰੂਹ ਵਿੱਚੋਂ ਨਹੀਂ, ਕਿਸੇ ਦੀ ਜ਼ੁਬਾਨ ਵਿੱਚੋਂ ਨਿਕਲੀ ਹੋਵੇ। ਪਰ ਇਸ ਨਾਂ ਦੀ ਤਾਂ ਕਿਸੇ ਨੂੰ ਕੋਈ ਉਕਸੁਕ ਵੀ ਨਹੀਂ ਸੀ। ਫਿਰ ਕੋਈ ਭਲਾ ਉਸ ਨੂੰ ਇਸ ਨਾਂ ਨਾਲ ਕਿਵੇਂ ਪੁਕਾਰ ਸਕਦਾ ਹੈ? ਇਸ ਪਿੰਡ ਦੀ ਤਾਂ ਉਹ ਚਿੰਤੀ ਸੀ, ਸਾਰੇ ਉਸ ਨੂੰ ਪਿਆਰ ਨਾਲ ਚਿੰਤੋ ਬੇਬੇ ਆਖਦੇ। ਫਿਰ ਆ ਜੀਤੋ ਕਹਿ ਕੇ ਕਿਸਨੇ ਹੱਕ ਮਾਰੀ? ਉਹ ਸੋਚਾਂ ਨਾਲ ਜਦੋਂ ਜਹਿਦ ਹੁੰਦੀ ਹੋਈ ਕਿੰਨਾ ਚਿਰ ਆਪਣੇ ਆਸੇ-ਪਾਸੇ ਵੇਖਦੀ ਰਹੀ। ਫਿਰ ਉਸ ਨੂੰ ਲੱਗਿਆ ਜਿਵੇਂ ਬੋਹੜ ਦੇ ਰੁੱਖ ਹੌਲੇ ਸੱਚਮੁੱਚ ਹੀ ਕੋਈ ਖੜਾ ਹੋਵੇ। ਉਹ ਪੈ ਨਾਲ ਕੰਬਣ ਲੱਗੀ। ਸੰਗ ਵਿੱਚੋਂ ਅਚਨਚੇਤ ਨਿਕਲੀ ਚੀਕ ਸੰਗ ਵਿੱਚ ਹੀ ਕਿਧਰੇ ਗੁੰਮ ਹੋ ਗਈ। ਉਸ ਦੀਆਂ ਅੱਖਾਂ ਵਿਚਲਾ ਪਾਣੀ ਟਿਪ-ਟਿਪ ਕਰਦਾ ਉਸ ਦੀਆਂ ਚੁਰੜੀਆਂ ਦੇ ਰਾਹੇ ਪੈ ਤੁਰਿਆ। ਫਿਰ ਅਚਾਨਕ ਬੋਹੜ ਦੇ ਰੁੱਖ ਉੱਲੋਂ ਸਫੈਦ ਚੁੰਨੀ ਲਹਿਰਾਉਂਦਾ ਪਰਛਾਵਾਂ ਨਜ਼ਰ ਆਉਣ ਲੱਗਿਆ ਤੇ ਪਰਛਾਵੇਂ ਵਿੱਚ ਲਿਪਟੀ ਇੱਕ ਬਜ਼ੁਰਗ ਔਰਤ ਉਸ ਦੇ ਸਾਹਮਣੇ ਆਣ ਖਲੋਤੀ। ਚਿੰਤੋ ਬੇਬੇ ਦੀਆਂ ਅੱਖਾਂ ਉਸ ਧੁੰਦਲੇ ਚਿਹਰੇ ਨੂੰ ਪਛਾਣਨ ਲਈ ਦੋ ਚਾਰ ਹੋਣ ਲੱਗੀਆਂ। ਉਕਤ ਔਰਤ ਦੇ ਪੈਰ ਹੌਲੀ-ਹੌਲੀ ਡਿੰਗ ਪੁੱਟਦੇ ਉਸ ਦੇ ਵੱਲ ਵਧਣ ਲੱਗੇ, ਪਰ ਉਸ ਔਰਤ ਦਾ ਹਾਲ ਵੀ ਚਿੰਤੋ ਬੇਬੇ ਨਾਲੋਂ ਘੱਟ ਨਹੀਂ ਸੀ। ਉਸ ਦੀਆਂ ਅੱਖਾਂ ਵਿੱਚੋਂ ਕਿਰਦੇ ਡਬ-ਡਬ ਕਰਦੇ ਅਥਰੂ ਉਸ ਦੇ ਮਨ ਦੀ ਦਸ਼ਾ ਬਿਆਨ ਕਰਨ ਲਈ ਕਾਫੀ ਸਨ। ਚਿੰਤੋ ਬੇਬੇ ਆਪਣੇ ਦਿਮਾਗ ਤੇ ਬਹੁਤ ਜ਼ਿਆਦਾ ਜ਼ੋਰ ਪਾਉਣ ਮਗਰੋਂ ਵੀ ਉਸ ਔਰਤ ਨੂੰ ਪਛਾਣਨ ਵਿੱਚ ਸਫਲ ਨਾ ਹੋ ਸਕੀ। ਉਸ ਦੇ ਮੂੰਹੋਂ ਨਿਕਲੇ ਬੋਲ ਵੀ ਉਸ ਦੇ ਬੁੱਲ੍ਹਾਂ ਅੰਦਰ ਹੀ ਦਮ ਤੋੜ ਦਿੰਦੇ। ਉਕਤ ਔਰਤ ਦੇ ਮੂੰਹੋਂ ਮੁੜ ਜੀਤੋ ਦਾ ਨਾਂ ਕੱਢਣ ਦੀ ਦੇਰ ਸੀ ਕਿ ਚਿੰਤੋ ਬੇਬੇ ਚੀਕ ਪਈ, ਕੌਣ ਜੀਤੋ? ਮੈਂ ਤਾਂ ਕਿਸੇ ਜੀਤੋ ਨੂੰ ਨਹੀਂ ਜਾਣਦੀ। ਤੂੰ ਕਿਹੜੀ ਜੀਤੋ ਦੀ ਗੱਲ ਕਰਦੀ ਪਈ ਆ? ਉਕਤ ਔਰਤ ਜਿਹੜੀ ਬਲਦੇਵ ਸਰਦਾਰ ਦੀ ਵੱਡੀ ਧੀ ਤੇ ਅਵਤਾਰ ਫੌਜੀ ਦੀ ਭੈਣ ਸੀ, ਪਿੰਡ ਮਾਸੇਵਾਲ ਦੇ ਚੱਪੇ ਨੂੰ, ਜਿਸ ਦੀਆਂ ਪੈੜਾਂ ਦੀ 50-55 ਵਰ੍ਹਿਆਂ ਬਾਅਦ ਵੀ ਉਡੀਕ ਹੈ, ਜਿਹਦੀ ਅੱਜ ਵੀ ਬਿੜਕਾਂ ਲੈਂਦੀਆਂ ਹਵਾਵਾਂ ਨੂੰ। ਚਿੰਤੋ ਬੇਬੇ, ਉਹ ਜੀਤੋ ਤਾਂ ਕਦੋਂ ਦੀ ਮਰ ਗਈ। ਤੂੰ ਹੁਣ ਕਿਹਦੇ ਸਿਵਿਆਂ ਦੀ ਰਾਖ ਪਰੋਲਣ ਆਈ ਆ? ਜੀਤੋ ਨੂੰ ਤਾਂ ਉਹਦੇ ਪਿਓ ਤੇ ਭਰਾ ਨੇ ਕਦੋਂ ਦਾ ਮਾਰ ਮੁਕਾਇਆ। ਬਸ ਇੱਕ ਕਫਨ ਹੀ ਪਾਉਣਾ ਬਾਕੀ ਸੀ, ਪਰ ਉਹਦੇ ਪੇਕਿਆਂ ਵੱਲੋਂ ਆਉਣ ਵਾਲੀ ਕਫਨ ਦੀ ਲੀਰ ਵੀ ਸ਼ਾਇਦ ਉਹਦੇ ਭਾਗਾਂ ਵਿੱਚ ਕਿੱਥੇ। ਉਹ ਤਾਂ ਹੁਣ ਰਾਖ ਦੀ ਢੇਰੀ ਤੋਂ ਵੱਧ ਹੋਰ ਕੁਝ ਨਹੀਂ। ਨਾਲੇ ਤੂੰ ਹੁੰਦੀ ਕੌਣ ਹੈ ਜੀਤੋ ਦਾ ਨਾਂ ਆਪਣੀ ਜ਼ੁਬਾਨ ਚੋਂ ਕੱਢਣ ਵਾਲੀ? ਉਕਤ ਔਰਤ, ਮੈਂ ਵੀ ਉਸ ਜੀਤੋ ਦਾ ਹੀ ਪਰਛਾਵਾਂ ਹਾਂ। ਉਸ ਜੀਤੋ ਦੀਆਂ ਰਗਾਂ 'ਚ ਦੌੜਨ ਵਾਲਾ ਬੇਰਹਿਮ ਲਹੂ ਮੇਰੀਆਂ ਰਗਾਂ ਵਿੱਚ ਵੀ ਸਾਹੋ ਸਾਹੀ ਹੋਇਆ ਰਹਿੰਦਾ ਹੈ। ਆਪਣੀ ਜੀਤੋ ਦੀ ਉਡੀਕ 'ਚ ਭੈਣੇ, ਮੈਂ ਉਹੀ ਹਾਂ ਜਿਹਦੀ ਬਾਂਹ ਨੂੰ ਤੂੰ ਕੱਸ ਕੇ ਵਲੇਟ ਲਿਆ ਸੀ ਆਪਣੇ ਹੱਥਾਂ ਨਾਲ ਤੇ ਆਖਦੀ ਸੀ ਕਿ ਰੋਕ ਲੈ, ਨਾ ਜਾਣਦੇ ਕਰਮੀਏ, ਨਾ ਜਾਣਦੇ ਮੈਨੂੰ। ਉਕਤ ਔਰਤ ਦੀਆਂ ਗੱਲਾਂ ਸੁਣ ਚਿੰਤੋ ਬੇਬੇ ਨੇ ਭੱਜ ਕੇ ਉਸ ਨੂੰ ਜੱਫੀ ਪਾ ਲਈ ਤੇ ਉਸਦੇ ਗਲ ਨਾਲ ਚਿੰਬੜ ਕੇ ਰੋਂਦੀ ਹੋਈ ਆਖਣ ਲੱਗੀ, ਕੀ ਤੂੰ ਸੱਚ ਕਹਿੰਦੀ ਹੈ ਕਿ ਤੂੰ ਸੱਚਮੁੱਚ ਹੀ ਮੇਰੀ ਕਰਮੀ ਹੈ? ਮੇਰੀ ਨਿੱਕੀ ਭੈਣ ਕਰਮੀ ਐਡੀ ਵੱਡੀ ਹੋ ਗਈ? ਲੈ, ਤੇਰਾ ਤਾਂ ਸਾਰਾ ਸਿਰ ਧੌਲਾ ਹੋਇਆ ਪਿਆ। ਚਿੰਤੋ ਬੇਬੇ ਬੋਲੀ ਜਾ ਰਹੀ ਸੀ ਤੇ ਅੱਖਾਂ ਵਿੱਚੋਂ ਅਥਰੂ ਲਗਾਤਾਰ ਝੁਰੜੀਆਂ ਵਿੱਚੋਂ ਗੁਜ਼ਰਦੇ ਹੋਏ ਉਸਦੇ ਦਿਲ ਦੀ ਹਾਲਤ ਬਿਆਨ ਕਰ ਰਹੇ ਸਨ। ਉਕਤ ਔਰਤ ਚਿੰਤੋ ਬੇਬੇ ਦੀਆਂ ਗੱਲਾਂ ਸੁਣ ਫੂਬਾ ਮਾਰ-ਮਾਰ ਰੋਣ ਲੱਗੀ। ਹਾਂ ਜੀਤੋ, ਮੈਂ ਹੀ ਹਾਂ ਤੇਰੀ ਭਾਗਾ ਮਾਰੀ ਭੈਣ ਕਰਮੀ, ਉਹੀ ਕਰਮੀ ਜਿਹਦਾ ਤੂੰ ਕਦੇ ਵਸਾ ਨਹੀਂ ਸੀ ਖਾਂਦੀ। ਦੇਖ, ਰੱਬ ਨੇ ਕਿੰਨੇ ਵਰ੍ਹਿਆਂ ਦਾ ਵਿਛੋੜਾ ਪਾ ਦਿੱਤਾ ਸਾਡੇ ਪੱਲੇ। ਮੈਂ ਤਾਂ ਆਸ ਹੀ ਛੱਡੀ ਬੈਠੀ ਸਾਂ ਕਿ ਮੈਂ ਕਦੇ ਆਪਣੀ ਭੈਣ ਨੂੰ ਮੁੜ ਵੇਖਾਂਗੀ। ਇਹ ਤਾਂ ਖੌਰੇ ਰੱਬ ਨੂੰ ਕਿਵੇਂ ਤਰਸ ਆ ਗਿਆ ਤੇਰੇ ਵਰਗੀ ਕਰਮਾ ਮਾਰੀ ਤੇ। ਚਿੰਤੋ ਬੇਬੇ ਹੀ ਜੀਤੋ ਸੀ, ਪਰ ਅੱਜ ਤੱਕ ਉਹਨੇ ਕਿਸੇ ਨੂੰ ਭਾਫ ਨਹੀਂ ਸੀ ਕੱਢੀ। ਇੱਥੋਂ ਤੱਕ ਇਸ ਦੇ ਢਿੱਡੋਂ ਜੰਮਿਆਂ ਨੂੰ ਵੀ ਉਸਦੇ ਜੀਤੋ ਨਾਂ ਬਾਰੇ ਨਹੀਂ ਸੀ ਪਤਾ। ਇੱਥੋਂ ਤੱਕ ਕਿ ਕਿਸੇ ਨੂੰ ਵੀ ਨਹੀਂ ਸੀ ਪਤਾ ਉਹ ਕਿੱਥੇ ਪਲੀ ਪਲੋਸੀ, ਕਿਹਨਾਂ ਦੀ ਕੁੜੀ ਹੈ। ਸਭ ਨੂੰ ਇੰਨਾ ਹੀ ਪਤਾ ਸੀ ਕਿ ਉਹ ਦਰਸ਼ਨ ਅਮਲੀ ਦੀ ਘਰਵਾਲੀ ਹੈ। ਦਰਸ਼ਨ ਅਮਲੀ ਜਦੋਂ ਜੀਤੋ ਨੂੰ ਲੈ ਕੇ ਪਿੰਡ ਆਇਆ, ਸਾਰਾ ਪਿੰਡ ਖੜ-ਖੜ ਵੇਖਦਾ ਰਹਿ ਗਿਆ। ਵੇਖਦਾ ਵੀ ਕਿਉਂ ਨਾ, ਕਿੱਥੇ ਦਰਸ਼ਨ ਅਮਲੀ ਤੇ ਕਿੱਥੇ ਜੀਤੋ। ਦਰਸ਼ਨ ਅਮਲੀ 40-50 ਵਰ੍ਹਿਆਂ ਦਾ ਭੁੱਕੀ ਦੀ ਲੋਰ 'ਚ ਤੁਰਦਾ ਫਿਰਦਾ ਪਿੰਜਰ, ਤੇ ਜੀਤੋ ਬੇਬੇ 24-25 ਵਰ੍ਹਿਆਂ ਦੀ ਸੋਹਣੀ ਸੁਨੱਖੀ ਮਟਿਆਰ। ਸਾਰਾ ਪਿੰਡ ਹੈਰਾਨ ਸੀ ਕਿ ਕਿਹਨੇ ਆਪਣੇ ਹੱਥੀਂ ਇਸ ਮਟਿਆਰ ਦੇ ਭਾਗਾਂ ਨੂੰ ਲਾਂਬੂ ਲਾ ਸੁੱਟਿਆ। ਕੀ ਕੋਈ ਅੱਗੇ ਪਿੱਛੇ ਨਹੀਂ ਇਹਦਾ? ਅਮਲੀ ਦੇ ਲੜ ਲਾਉਣ ਤੋਂ ਚੰਗਾ ਹੁੰਦਾ ਗਲਾ ਘੁੱਟ ਕੇ ਮਾਰ ਦਿੰਦੇ ਵਿਚਾਰੀ ਨੂੰ। ਰੋਜ਼ ਦੇ ਮਰਨ ਨਾਲ ਇੱਕ ਵਾਰ ਮਰਨਾ ਫਿਰ ਚੰਗਾ। ਪਿੰਡ ਦੀਆਂ ਜ਼ਨਾਨੀਆਂ ਅਕਸਰ ਪੁੱਛਦੀਆਂ, ਤੇਰੇ ਪੇਕੇ ਕਿੱਥੇ ਨੇ? ਤੂੰ ਕਿੰਨਾ ਦੀ ਜਾਈ? ਤੈਨੂੰ ਇਸ ਅਮਲੀ ਨਾਲ ਕਿਹਨੇ ਤੋਰਿਆ? ਤੂੰ ਕਿਵੇਂ ਤੋਰਾ ਅਮਲੀ ਨਾਲ?
ਹਰੇਕ ਪ੍ਰਸ਼ਨ ਉਹਦੇ ਕੰਨਾਂ 'ਚੋਂ ਹੁੰਦਾ ਹੋਇਆ ਉਹਦੇ ਦਿਲ 'ਚ ਕਿੱਲ ਵਾਂਗੂ ਵੱਜਦਾ, ਪਰ ਉਹ ਹਰੇਕ ਕਿੱਲ ਨੂੰ ਅੰਦਰ ਹੀ ਬੋਚ ਲੈਂਦੀ, ਬੁੱਲਾਂ 'ਚੋਂ ਕਦੇ ਕੋਈ ਸ਼ਬਦ ਬਾਹਰ ਨਾ ਕੱਢਦੀ, ਜਿਵੇਂ ਇੱਥੇ ਕੋ ਆ ਕੇ ਸ਼ਬਦ ਹੀ ਮੁੱਕੇ ਹੋਣ। ਉਹਦੇ ਗੂੰਗੇ ਬੋਲੇ ਉਤਰਾਂ ਨੂੰ ਲੋਕ ਆਪੋ ਆਪਣੀਆਂ ਜ਼ੁਬਾਨਾਂ ਦੀ ਕੈਂਚੀ ਨਾਲ ਕਦੇ ਟੁਕਦੇ ਤੇ ਕਦੇ ਹਮਦਰਦੀ ਦੇ ਫੰਬਿਆਂ ਨਾਲ ਕੱਜਦੇ। ਕੋਈ ਕਹਿੰਦਾ ਉਦਲ ਕੇ ਆਈ ਹੈ, ਕੋਈ ਆਖਦਾ ਖਰੀਦ ਕੇ ਲਿਆਂਦੀ ਲੱਗਦੀ ਹੈ ਅਮਲੀ ਨੇ। ਫਿਰ ਆਪੋ ਆਪਣੀਆਂ ਵਿਚਾਰਾਂ ਤੇ ਟਿੱਪਣੀਆਂ ਕਰ ਆਖਦੇ, ਅਮਲੀ ਨਾਲ ਕਿਹੜੀ ਤੁਰ ਪਊ ਆਪਣੇ ਆਪ। ਕੋਈ ਆਖਦਾ, ਆਪ ਤਾਂ ਭੁੱਖਾ ਮਰਦਾ, ਇਸ ਨੰਗ ਕੋਲ ਪੈਸਾ ਕਿੱਥੇ ਇੰਨੀ ਸੋਹਣੀ ਨਾਰ ਖਰੀਦਣ ਦਾ। ਫਿਰ ਹੱਥ ਤੇ ਹੱਥ ਮਾਰ ਹੱਸਦੇ। ਪਰ ਕਿਸੇ ਨੂੰ ਕੀ ਪਤਾ, ਜੀਤੋ ਦਾ ਦਿਲ ਤਾਂ ਚੁੱਲ੍ਹੇ ਰੱਖੀ ਪਤੀਲੀ ਵਾਂਗ ਰਿੱਝ ਰਿੱਝ ਕੇ ਧੁਆਖਿਆ ਪਿਆ ਸੀ। ਉਸ ਦੀਆਂ ਅੱਖਾਂ ਦੇ ਅਥਰੂ ਤਾਂ ਉਦੋਂ ਹੀ ਮੁੱਕ ਗਏ ਜਦੋਂ ਉਸਦੇ ਪਿਓ ਨੇ ਉਸਦਾ ਹੱਥ ਧੱਕੇ ਨਾਲ ਅਮਲੀ ਦੇ ਹੱਥ ਫੜਾਇਆ। ਜੀਤੋ ਅਕਸਰ ਯਾਦ ਕਰਦੀ ਆਪਣੇ ਪਿਓ ਤੇ ਭਰਾ ਨੂੰ, ਜਿਨ੍ਹਾਂ ਸਾਫ਼ ਆਖ ਦਿੱਤਾ ਸੀ ਕਿ ਜੇ ਸਾਡੇ ਵਿਹੜੇ ਮੁੜ ਪੈਰ ਧਰਿਆ ਤਾਂ ਅਸੀਂ ਤੇਰੇ ਡੱਕਰੇ ਡੱਕਰੇ ਕਰ ਫਾਹੇ ਲੱਗ ਜਾਣਾ। ਜੀਤੋ ਨੇ ਤਾਹਾਂ ਮਾਰ ਆਖਿਆ ਸੀ, ਤੁਸੀਂ ਮੇਰੇ ਭਾਵੇਂ ਡੱਕਰੇ ਡੱਕਰੇ ਕਰ ਦਿਓ, ਪਰ ਆਪ ਲੰਮੀਆਂ ਉਮਰਾਂ ਭੋਗੋ, ਜਿਉਣ ਜੋਗਿਓ। ਮੈਨੂੰ ਕਿਸੇ ਨਾਲ ਨਾ ਤੋਰੋ, ਮੈਂ ਹੁਣ ਵਿਆਹ ਕਰਾਉਣ ਜੋਗੀ ਨਹੀਂ ਰਹੀ। ਮੈਂ ਕਿਹੜਾ ਮੂੰਹ ਲੈ ਕੇ ਜਾਊਂ ਬਗਾਨੇ ਘਰ। ਭਾਵੇਂ ਜੀਤੋ ਨੇ ਦਰਸ਼ਨ ਅਮਲੀ ਨੂੰ ਕਦੇ ਵੇਖਿਆ ਵੀ ਨਹੀਂ ਸੀ, ਪਰ ਫਿਰ ਵੀ ਉਹਦੇ ਘਰ ਤੇ ਇੱਜ਼ਤ ਦੀ ਖੈਰ ਮਨਾਉਂਦੀ ਆਖਦੀ, ਉਸ ਬਗਾਨੇ ਘਰ ਦੀ ਪੱਗ ਨੂੰ ਮੇਰੀ ਬਦਨਾਮੀ ਦਾ ਦਾਗ ਨਾ ਲਾਓ। ਜੀਤੋ ਨੇ ਦਰਸ਼ਨ ਅਮਲੀ ਨੂੰ ਆਪਣੇ ਬਾਰੇ ਵਿਆਹ ਦੀ ਪਹਿਲੀ ਰਾਤ ਹੀ ਦੱਸ ਦਿੱਤਾ, ਪਰ ਦਰਸ਼ਨ ਅਮਲੀ ਨੇ ਜੀਤੋ ਨੂੰ ਕਿਹਾ, ਜੀਤੋ ਮਰ ਗਈ ਅੱਜ ਤੋਂ, ਹੁਣ ਜੀਤੋ ਨਹੀਂ ਚਿੰਤੀ ਐ ਤੂੰ, ਮੇਰੀ ਚਿੰਤੀ। ਤੂੰ ਜਿੱਦਾਂ ਦੀ ਵੀ ਐ ਮੇਰੀ ਐ, ਮੈਨੂੰ ਤੇਰੇ ਗੁਜ਼ਰੇ ਵਕਤ ਨਾਲ ਕੁਝ ਨਹੀਂ ਲੈਣਾ ਦੇਣਾ, ਪਰ ਆਉਣ ਵਾਲੇ ਵਕਤ ਵਿੱਚ ਮੈਨੂੰ ਜੀਤੋ ਦਾ ਪਰਛਾਵਾਂ ਤੇਰੇ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਇਸੇ ਕਾਰਨ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਚਿੰਤੋ ਬੇਬੇ ਦਾ ਅਸਲੀ ਨਾਂ ਜੀਤੋ ਹੈ। ਜੀਤੋ ਨੇ ਆਪਣੀ ਸਾਰੀ ਉਮਰ ਦੁੱਖਾਂ ਵਿੱਚ ਹੰਡਾਈ। ਜੀਤੋ ਸਿਰਫ 15 ਕੁ ਸਾਲਾਂ ਦੀ ਸੀ ਜਦੋਂ ਪਿਓ ਨੇ ਆਪਣੇ ਪੱਗ ਵੱਟ ਭਰਾ ਦੇ ਮੁੰਡੇ ਨਾਲ ਵਿਆਹ ਦਿੱਤੀ। ਜੀਤੋ 15 ਵਰਿਆਂ ਦੀ ਤੇ ਉਸ ਦਾ ਘਰ ਵਾਲਾ ਗੁਰਮੁਖ 20 ਕੁ ਵਰਿਆਂ ਦਾ ਗੱਭਰੂ। ਗੁਰਮੁਖ ਨੇ ਇਹ ਰਿਸ਼ਤਾ ਕਦੇ ਵੀ ਦਿਲੋਂ ਨਾ ਸਵੀਕਾਰਿਆ। ਲੋਕਾਚਾਰੀ ਉਹ ਜੀਤੋ ਦਾ ਪਤੀ ਸੀ, ਪਰ ਉਂਝ ਜੀਤੋ ਨੂੰ ਆਪਣੇ ਪੈਰਾਂ ਦੀ ਜੁੱਤੀ ਤੋਂ ਵੱਧ ਨਹੀਂ ਸੀ ਸਮਝਦਾ, ਕਿਉਂਕਿ ਉਸਦੇ ਦਿਲ ਵਿੱਚ ਤਾਂ ਪਹਿਲਾਂ ਹੀ ਕੋਈ ਹੋਰ ਕੁੜੀ ਵਸੀ ਹੋਈ ਸੀ। ਜਾਤ ਬਰਾਦਰੀ ਦੀ ਡੂੰਘੀ ਖਾਈ ਨੇ ਉਸਦੇ ਪਿਆਰ ਨੂੰ ਪ੍ਰਵਾਨ ਨਾ ਚੜ੍ਹਨ ਦਿੱਤਾ, ਜਿਸ ਦਾ ਗੁੱਸਾ ਉਹ ਅਕਸਰ ਜੀਤੋ ਤੇ ਲਾਉਂਦਾ। ਗੁਰਮੁਖ ਨੇ ਮੈਟ੍ਰਿਕ ਕੀਤੀ ਹੋਈ ਸੀ ਤੇ ਜੀਤੋ ਨੇ ਕਦੇ ਸਕੂਲ ਦਾ ਮੂੰਹ ਵੀ ਨਹੀਂ ਸੀ ਵੇਖਿਆ। ਉਦੋਂ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਵੀ ਘੱਟ ਹੀ ਸੀ। ਜੀਤੋ ਦੇ ਅਨਪੜ੍ਹ ਹੋਣ ਕਾਰਨ ਵੀ ਗੁਰਮੁਖ ਅਕਸਰ ਉਹਦੀ ਲਾਪਾ ਕਰਦਾ ਰਹਿੰਦਾ, ਪਰ ਜੀਤੋ ਕਦੇ ਮੂੰਹੋਂ ਬੋਲ ਕਬੋਲ ਨਾ ਬੋਲਦੀ। ਵਿਆਹ ਦੀ 4 ਵਰਿਆਂ ਮਗਰੋਂ ਵੀ ਜੀਤੋ ਦੀ ਕੁੱਖ ਸੁੰਨੀ ਦੀ ਸੁੰਨੀ ਰਹੀ, ਜਦੋਂ ਕਿ ਉਸ ਤੋਂ ਬਾਅਦ ਆਈਆਂ ਉਸ ਦੀਆਂ 2 ਦਰਾਣੀਆਂ ਕਦੋਂ ਦੀਆਂ ਮਾਵਾਂ ਬਣ ਆਪਣੇ ਬੱਚਿਆਂ ਨੂੰ ਉਸ ਦੀਆਂ ਨਜ਼ਰਾਂ ਤੋਂ ਬਚਾ ਰੱਖਦੀਆਂ। ਜੀਤੋ ਨੂੰ ਹੁਕਮ ਨਹੀਂ ਸੀ ਉਹਨਾਂ ਬੱਚਿਆਂ ਵੱਲ ਵੇਖਣ ਦਾ ਤੇ ਉਹਨਾਂ ਨੂੰ ਲਾਡ ਲਡਾਉਣ ਦਾ। ਹੁਣ ਤਾਂ ਜੀਤੋ ਦੀ ਸੱਸ ਵੀ ਜੀਤੋ ਨੂੰ ਤਾਣੇ ਮਿਹਣੇ ਮਾਰਨ ਵਿੱਚ ਕੋਈ ਕਸਰ ਨਾ ਛੱਡਦੀ, ਪਰ ਜੀਤੋ ਚੁੱਪ ਰਹਿੰਦੀ ਆਪਣੀ ਕਿਸਮਤ ਮੰਨ ਕੇ। ਗੁਰਮੁਖ ਨੇ ਆਪਣੀ ਪ੍ਰੇਮਕਾ ਨਾਲ ਸੰਬੰਧ ਉਸੇ ਤਰ੍ਹਾਂ ਕਾਇਮ ਰੱਖੇ ਜਿਵੇਂ ਵਿਆਹ ਤੋਂ ਪਹਿਲਾਂ ਸੀ। ਭਾਵੇਂ ਘਰ ਦੇ ਸਾਰੇ ਜੀਆਂ ਦੇ ਨਾਲ ਜੀਤੋ ਨੂੰ ਵੀ ਪਤਾ ਸੀ ਇਹਦੇ ਬਾਰੇ, ਪਰ ਵਿਚਾਰੀ ਕਰ ਹੀ ਕੀ ਸਕਦੀ ਸੀ। ਘਰ ਵਿੱਚ ਗੁਰਮੁਖ ਨੂੰ ਸਮਝਾਉਣ ਵਾਲਾ ਕੋਈ ਵੀ ਨਹੀਂ ਸੀ। ਸਹੁਰਾ ਹੀ ਸੀ ਜੋ ਜੀਤੋ ਦਾ ਸਾਥ ਦਿੰਦਾ ਸੀ, ਪਰ ਉਸ ਦੀ ਬੇਵਕਤੀ ਮੌਤ ਨੇ ਜੀਤੋ ਦਾ ਇਹ ਸਹਾਰਾ ਵੀ ਖੋਹ ਲਿਆ। ਹੁਣ ਗੁਰਮੁਖ ਅਕਸਰ ਜੀਤੋ ਨੂੰ ਮਾਰਦਾ, ਕੁੱਟਦਾ, ਗਾਲੀ ਗਲੋਚ ਕਰਦਾ, ਜ਼ਲੀਲ ਕਰਦਾ, ਤਾਂ ਜੋ ਜੀਤੋ ਆਪਣਾ ਆਪ ਘਰ ਛੱਡ ਕੇ ਪੇਕੇ ਘਰ ਜਾ ਬੈਠੇ। ਪਰ ਪੇਕੇ ਘਰ ਵਿੱਚ ਵੀ ਪਿਓ ਭਰਾ ਹਮੇਸ਼ਾ ਜੀਤੋ ਨੂੰ ਹੀ ਧਮਕੀਆਂ ਦਿੰਦੇ ਉੱਥੇ ਰਹਿੰਦੀਆਂ। ਜੀਤੋ ਦੀ ਹਾਲਤ ਸਹੁਰੇ ਘਰ ਵਿੱਚ ਬਹੁਤ ਮਾੜੀ ਸੀ। ਅਜਿਹੇ ਵਿੱਚ ਉਹਦੀ ਇੱਕੋ ਇੱਕ ਨੰਦ ਸੱਤਿਆ ਉਸ ਦੀ ਹਮਦਰਦ ਬਣ ਸੰਘਣੀ ਛਾਂ ਬਣ ਕੇ ਉਸ ਦਾ ਸਹਾਰਾ ਬਣੀ। ਸ਼ਾਇਦ ਉਹ ਉਸ ਦੇ ਦੁੱਖ ਨੂੰ ਇਸ ਕਾਰਨ ਮਹਿਸੂਸ ਕਰਨ ਲੱਗੀ ਕਿਉਂਕਿ ਉਹ ਵੀ ਆਪਣੇ ਪਤੀ ਦੀ ਕੁੱਟਮਾਰ ਦਾ ਦਰਦ ਆਪਣੇ ਪਿੰਡੇ ਤੇ ਹੰਢਾ ਰਹੀ ਸੀ। ਸੱਤਿਆ ਕਈ ਵਾਰ ਰੁੱਸ ਕੇ ਪੇਕੇ ਆਈ ਤੇ ਹਰ ਵਾਰ ਉਸ ਦਾ ਪਤੀ ਉਸ ਨੂੰ ਲੈ ਕੇ ਜਾਂਦਾ, ਪਰ ਜੀਤੋ ਦਾ ਰੁੱਸ ਕੇ ਪੇਕੇ ਵੀ ਨਹੀਂ ਜਾ ਸਕਦੀ ਸੀ। ਰੁੱਸਦੀ ਵੀ ਕਿਹਦੇ ਨਾਲ? ਇੱਕ ਦਿਨ ਗੁਰਮੁਖ ਨੇ ਰੱਜ ਕੇ ਸ਼ਰਾਬ ਪੀਤੀ ਤੇ ਜੀਤੋ ਨੂੰ ਜਾਨਵਰਾਂ ਵਾਂਗੂ ਇੰਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਈ। ਇਹ ਉਸਦੀ ਜ਼ਿੰਦਗੀ ਦਾ ਇਸ ਘਰ ਵਿੱਚ ਆਖਰੀ ਦਿਨ ਹੋ ਨਿਬੜਿਆ। ਜੇ ਹੋਸ਼ ਵਿੱਚ ਹੁੰਦੀ ਤਾਂ ਸ਼ਾਇਦ ਹੋਰ ਨਰਕ ਭੋਗਦੀ ਉਸੇ ਘਰ ਵਿੱਚ। ਉਸ ਸਮੇਂ ਘਰ ਵਿੱਚ ਕੋਈ ਨਹੀਂ ਸੀ। ਘਰ ਦੇ ਸਾਰੇ ਜੀ ਉਸ ਦੀ ਦਰਾਣੀ ਦੇ ਪਿਓ ਦੀ ਅਚਨਚੇਤ ਹੋਈ ਮੌਤ ਕਾਰਨ ਉਸ ਦੀਆਂ ਆਖਰੀ ਰਸਮਾਂ ਤੇ ਗਏ ਹੋਏ ਸਨ। ਜੀਤੋ ਨੂੰ ਕੋਈ ਵੀ ਕਿਧਰੇ ਨਹੀਂ ਸੀ ਲੈ ਕੇ ਜਾਂਦਾ, ਨਾ ਹੀ ਕਿਸੇ ਵਿਆਹ ਸ਼ਾਦੀ ਤੇ, ਨਾ ਹੀ ਕਿਤੇ ਮਰਗ ਤੇ। ਇਸੇ ਕਾਰਨ ਉਸ ਦਿਨ ਵੀ ਉਸ ਨੂੰ ਘਰ ਵਿੱਚ ਹੀ ਡੰਗਰ ਸਾਂਭਣ ਲਈ ਛੱਡ ਗਏ। ਉਸਨੇ ਵਾੜੇ ਦੇ ਡੰਗਰਾਂ ਨੂੰ ਤਾਂ ਸਾਂਭ ਲਿਆ, ਪਰ ਉਸ ਘਰ ਦਾ ਇਨਸਾਨ ਰੂਪੀ ਡੰਗਰ ਜਿਹੜਾ ਹਮੇਸ਼ਾ ਹੀ ਪੂਸ ਰਿਹਾ ਰਹਿੰਦਾ ਸੀ, ਉਸ ਨੂੰ ਕੌਣ ਸਾਂਭਦਾ? ਜਦੋਂ ਅਧਮਈ ਪਈ ਜੀਤੋ ਨੂੰ ਗੁਰਮੁਖ ਮਾਰ ਕੇ ਹੰਬ ਹਾਰ ਗਿਆ, ਉਸ ਨੂੰ ਮਰੀ ਮੁੱਕੀ ਸਮਝ ਆਪਣੇ ਖੇਤਾਂ ਵੱਲ ਚਲਿਆ ਗਿਆ। ਉਦੋਂ ਅਚਾਨਕ ਉਸ ਦੀ ਨੰਦ ਸੱਤਿਆ ਦੇ ਸਹੁਰਿਆਂ ਤੋਂ ਸ਼ਰੀਕੇ ਚ ਉਸ ਦਾ ਜੇਠ ਉਸਦੇ ਘਰ ਸੱਤਿਆ ਦਾ ਕੋਈ ਸੁਨੇਹਾ ਲੈ ਕੇ ਆਇਆ ਸੀ। ਜਦੋਂ ਉਹਨੇ ਮਰੀ ਮੁੱਕੀ ਪਈ ਜੀਤੋ ਨੂੰ ਵੇਖਿਆ ਤਾਂ ਉਹ ਗੁਆਂਢੀਆਂ ਦੇ ਬੂਹੇ ਖੜਕਾ
ਕਮਲਾ ਹੋ ਗਿਆ। ਪਰ ਕਿਸੇ ਦੀ ਅੱਗ ਵਿੱਚ ਕੌਣ ਹੱਥ ਸਾੜੇ। ਕੋਈ ਵੀ ਗੁਰਮੁਖ ਦੇ ਅੜਬ ਸੁਭਾਅ ਕਾਰਨ ਜੀਤੋ ਨਾਲ ਖੜਨ ਲਈ ਤਿਆਰ ਨਹੀਂ ਸੀ। ਇਸ ਕਾਰਨ ਸੱਤਿਆ ਦਾ ਜੇਠ ਬੇਹੋਸ਼ ਪਈ ਜੀਤੋ ਨੂੰ ਸੱਤਿਆ ਦੇ ਘਰ ਲੈ ਗਿਆ। ਜੇ ਹਸਪਤਾਲ ਲੈ ਜਾਂਦਾ ਤਾਂ ਗੁਰਮੁਖ ਤੇ ਕੁੱਟਮਾਰ ਦਾ ਕੇਸ ਬਣ ਸਕਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਘਰ ਦੀ ਗੱਲ ਥਾਣੇ ਤੱਕ ਪੁੱਜੇ। ਸੱਤਿਆ ਨੇ ਵੀ ਜਦੋਂ ਭਰਜਾਈ ਨੂੰ ਨਿਡਾਲ ਵੇਖਿਆ ਤਾਂ ਪਿੰਡ ਦੇ ਡਾਕਟਰ ਨੂੰ ਘਰੇ ਬੁਲਾ ਇਲਾਜ ਸ਼ੁਰੂ ਕੀਤਾ। ਉਧਰ ਗੁਰਮੁਖ ਨੇ ਥਾਣੇ ਰਿਪੋਰਟ ਦਰਜ ਕਰਵਾ ਦਿੱਤੀ ਕਿ ਜੀਤੋ ਆਪਣੇ ਪ੍ਰੇਮੀ ਨਾਲ ਫਰਾਰ। ਸਾਰਾ ਪਿੰਡ ਤਰਾਹ-ਤਰਾਹ ਕਰ ਉੱਠਿਆ। ਜੀਤੋ ਦੀ ਕਿਸੇ ਨੇ ਨਾ ਸੁਣੀ। ਜੀਤੋ ਦਾ ਭਰਾ ਤੇ ਪਿਓ ਗੰਡਾਸਾ ਚੁੱਕ ਲੱਭਣ ਲੱਗ ਪਏ ਕਰਮਾ ਮਾਰੀ ਜੀਤੋ ਨੂੰ। ਭਾਵੇਂ ਗੁਰਮੁਖ ਨੂੰ ਸਭ ਪਤਾ ਸੀ ਕਿ ਜੀਤੋ ਕਿੱਥੇ ਹੈ, ਪਰ ਉਸਨੇ ਜਾਣ-ਬੁੱਝ ਕੇ ਜੀਤੋ ਦੀ ਬਦਖੋਈ ਕੀਤੀ। ਸੱਤਿਆ ਨੇ ਪੇਕੇ ਘਰ ਜਾ ਗੁਰਮੁਖ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ, ਪਰ ਪਿੱਛੋਂ ਪੁਲਿਸ ਜੀਤੋ ਤੇ ਸੱਤਿਆ ਦੇ ਜੇਠ ਨੂੰ ਥਾਣੇ ਲੈ ਗਈ। ਉਸ ਜ਼ਮਾਨੇ ਵਿੱਚ ਧੀਆਂ ਭੈਣਾਂ ਦਾ ਥਾਣੇ ਜਾਣਾ ਇੱਜ਼ਤ ਤੇ ਦਾਗ ਮੰਨਿਆ ਜਾਂਦਾ ਸੀ। ਭਾਵੇਂ ਸਮਝੌਤਾ ਹੋ ਗਿਆ ਤੇ ਜੀਤੋ ਦੀ ਨਿਰਦੋਸ਼ੀ ਸਭ ਦੇ ਸਾਹਮਣੇ ਸੀ, ਪਰ ਗੁਰਮੁਖ ਨੇ ਉਸਨੂੰ ਆਪਣੇ ਘਰ ਮੁੜ ਲੈ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹੁਣ ਨਾ ਜੀਤੋ ਪੇਕਿਆਂ ਦੀ ਰਹੀ ਤੇ ਨਾ ਸਹੁਰਿਆਂ ਦੀ। ਹੁਣ ਤਾਂ ਜੀਤੋ ਦੇ ਪੇਕਿਆਂ ਦਾ ਗੰਡਾਸਾ ਵੀ ਧਰਿਆ ਰਹਿ ਗਿਆ। ਉਹੀ ਗੰਡਾਸਾ ਜਿਹੜਾ ਥੋੜੀ ਦੇਰ ਪਹਿਲਾਂ ਜੀਤੋ ਦਾ ਗਾਟਾ ਲਾਉਣ ਲਈ ਉਤਾਵਲਾ ਸੀ, ਹੁਣ ਇੱਕ ਖੂੰਜੇ ਲੱਗਿਆ ਪਿਆ ਸੀ। ਜੀਤੋ ਨੂੰ ਥਾਣੇ ਛੱਡ ਗੁਰਮੁਖ ਦੇ ਭਗੌੜਾ ਬਣ ਜਾਣ ਦਾ ਵੀ ਦੋਸ਼ ਵਿਚਾਰੀ ਜੀਤੋ ਦੇ ਪੱਲੇ ਹੀ ਪਿਆ। ਉਸ ਦਾ ਭਰਾ ਉਸਨੂੰ ਪੇਕੇ ਤਾਂ ਲੈ ਗਿਆ, ਪਰ ਉੱਥੇ ਜਾ ਕੇ ਉਹਨੇ ਵੀ ਜੀਤੋ ਦੀ ਬਹੁਤ ਕੁੱਟਮਾਰ ਕੀਤੀ। ਉਹਦੀ ਮਾਂ ਉਹਦੇ ਪਿਓ ਦੇ ਪੈਰੀਂ ਡਿੱਗਦੀ ਟੈਂਦੀ ਆਪਣੀ ਧੀ ਨੂੰ ਬਚਾਉਣ ਦੀ ਜੱਦੋ ਜ਼ਹਿਦ ਕਰਦੀ ਰਹੀ। ਛੋਟੀ ਭੈਣ ਕਰਮੀ ਨੇ ਜਦੋਂ ਆਪਣੇ ਭਰਾ ਦੇ ਪੈਰ ਫੜੇ, ਉਹਨੇ ਤਾਂ ਉਹਨੂੰ ਠੁੱਡਾ ਮਾਰ ਪਰਾਂ ਵਕਾ ਮਾਰਿਆ। ਪਤਾ ਨਹੀਂ ਇੰਨੇ ਮਾੜੇ ਕਰਮ ਕਿਹੜੇ ਰੱਬ ਤੋਂ ਲੁਕਵਾ ਕੇ ਲਿਆਈ ਸੀ ਪੈੜੀ, ਜਿਸ ਦੇ ਹਿੱਸੇ ਵਿਆਹ ਤੋਂ ਬਾਅਦ ਕੁੱਟਮਾਰ ਤੇ ਬਦਨਾਮੀ ਹੀ ਆਈ ਸੀ। ਪਿੰਡ ਵਿੱਚ ਸਾਰੇ ਮੂੰਹ ਨਾਲ ਮੂੰਹ ਜੋੜ ਕੇ ਜੀਤੋ ਦੀਆਂ ਗੱਲਾਂ ਕਰਦੇ। ਜੀਤੋ ਦੇ ਪਿਓ ਨੇ ਥੋੜੇ ਦਿਨਾਂ ਬਾਅਦ ਹੀ ਦਰਸ਼ਨ ਨਾਂ ਦੇ ਅਮਲੀ ਦੇ ਹੱਥ ਜੀਤੋ ਦਾ ਪੱਲਾ ਧੱਕੇ ਨਾਲ ਫੜਾ ਦਿੱਤਾ। ਜੀਤੋ ਰੋਂਦੀ ਕੁਰਲਾਉਂਦੀ ਰਹੀ, ਪਰ ਉਹਦੀ ਸੁਣਨ ਵਾਲਾ ਹੈ ਹੀ ਕੌਣ ਸੀ, ਮਾਂ ਤੇ ਭੈਣ ਕਰਮੀ ਤੋਂ ਬਿਨਾਂ। ਪਰ ਉਹ ਵਿਚਾਰੀਆਂ ਵੀ ਔਰਤਾਂ ਹੀ ਸਨ ਤੇ ਸਮਾਜ ਵਿੱਚ ਜਿਸ ਘਰ ਵਿੱਚ ਮਰਦ ਔਰਤ ਨੂੰ ਪੈਰ ਦੀ ਜੁੱਤੀ ਸਮਝੇ, ਉੱਥੇ ਔਰਤ ਦੀ ਚਲਦੀ ਹੀ ਕਿੱਥੇ ਹੈ। ਕੀ ਭੈਣ, ਕੀ ਧੀ ਤੇ ਕੀ ਪਤਨੀ। ਜਦੋਂ ਜੀਤੋ ਘਰੋਂ ਤੁਰੀ ਤਾਂ ਉਹਨੇ ਆਪਣੀ ਛੋਟੀ ਭੈਣ ਕਰਮੀ ਦੀ ਬਾਂਹ ਕੱਸ ਕੇ ਫੜ ਲਈ ਤੇ ਆਖਣ ਲੱਗੀ, ਮੈਨੂੰ ਰੋਕ ਲੈ, ਨਾ ਜਾਣ ਦੇ। ਪਰ ਜੀਤੋ ਦਾ ਭਰਾ ਬੇਰਹਿਮੀ ਨਾਲ ਜੀਤੋ ਤੋਂ ਕਰਮੀ ਦੀ ਬਾਂਹ ਛੁਡਾ ਉਸਨੂੰ ਹਲਾਲ ਹੋਣ ਵਾਲੀ ਭੇਡ ਵਾਂਗ ਘੜੀਸ ਕੇ ਲੈ ਗਿਆ। ਇਸ ਤੋਂ ਬਾਅਦ ਕਿਸੇ ਨੂੰ ਕਦੇ ਕੋਈ ਕੁਝ ਉਗ ਸੁਗ ਨਾ ਲੱਗੀ ਕਿ ਜੀਤੋ ਕਿੱਥੇ ਹੈ, ਜਿਉਂਦੀ ਹੈ ਜਾਂ ਮਰਿਆਂ 'ਚ। ਬਲਦੇਵ ਸਰਦਾਰ, ਜੋ ਕਿ ਉਹਦਾ ਪਿਓ ਤੇ ਅਵਤਾਰ ਫੌਜੀ ਜਿਹੜਾ ਉਹਦਾ ਭਰਾ ਸੀ, ਨੇ ਕਦੇ ਵੀ ਭਾਫ ਨਹੀਂ ਕੱਢੀ ਕਿ ਜੀਤੋ ਨੂੰ ਕਿਹੜੇ ਪਿੰਡ ਤੋਰਿਆ, ਕਿਹਦੇ ਨਾਲ ਤੋਰਿਆ। ਇਹ ਚੁੱਪ ਹੌਲੀ ਹੌਲੀ ਸਮੇਂ ਦੀ ਪਰਤ ਹੇਠ ਦਬਣ ਲੱਗੀ। ਜਦੋਂ ਕਦੇ ਢਿੱਡੋਂ ਜੰਮੀ ਮਾਂ ਦਾ ਧੀ ਕਲੇਜਾ ਪੱਟ ਨੂੰ ਆਉਂਦਾ ਤਾਂ ਉਹ ਚੁੰਨੀ ਦੇ ਲੜ ਨਾਲ ਹੰਝੂ ਸਾਂਭਦੀ ਪੂੰਝਦੀ ਆਪਣੇ ਪੁੱਤ ਨੂੰ ਧੀ ਦੀ ਰਾਜ਼ੀ ਖੁਸ਼ੀ ਪੁੱਛਦੀ, ਤਾਂ ਪੁੱਤ ਦਾ ਇੱਕੋ ਜਵਾਬ ਹੁੰਦਾ, ਧੀ ਪਿਆਰੀ ਜਾਂ ਪੁੱਤ। ਜੇ ਧੀ ਬਾਰੇ ਅੱਜ ਤੋਂ ਬਾਅਦ ਕਦੇ ਕੋਈ ਗੱਲ ਛੇੜੀ ਤਾਂ ਆਪਣੇ ਪੁੱਤ ਦਾ ਮਰਿਆ ਮੂੰਹ ਵੇਖੀ। ਮੈਂ ਕੁਝ ਖਾ ਕੇ ਮਰ ਜਾਣਾ ਜਾਂ ਘਰ ਛੱਡ ਕੇ ਚਲਿਆ ਜਾਣਾ। ਮਾਂ ਕੋਲ ਠੰਡੇ ਹੌਂਕੇ ਭਰਨ ਤੋਂ ਬਿਨਾਂ ਕੁਝ ਨਾ ਬਚਦਾ। ਦਰਸ਼ਨ ਭਾਵੇਂ ਗਰੀਬ ਸੀ, ਪਰ ਫਿਰ ਵੀ ਜੀਤੋ ਨਾਲ ਹਮਦਰਦੀ ਰੱਖਦਾ ਸੀ। ਦਰਸ਼ਨ ਦੇ ਘਰ ਆ ਜੀਤੋ ਦੀ ਕੁੱਖ ਨੂੰ ਭਾਗ ਲੱਗੇ। ਉਹਨੇ 2 ਪੁੱਤ ਤੇ 1 ਧੀ ਨੂੰ ਸਾਹਾਂ ਦੀ ਤੰਦ ਨਾਲ ਪਰੋਇਆ। ਇਹ ਉਹੀ ਕੁੱਖ ਸੀ ਜਿਸ ਨੂੰ ਕਦੇ ਪੱਥਰ ਆਖ ਉਸਦੀਆਂ ਦਰਾਣੀਆਂ ਉਸਤੇ ਪਰਛਾਵੇਂ ਤੋਂ ਆਪਣੇ ਬੱਚਿਆਂ ਨੂੰ ਲੁਕੋ ਕੇ ਰੱਖਦੀਆਂ ਸਨ। ਜੀਤੋ ਭਾਵੇਂ ਸਰਦਾਰਾਂ ਦੀ ਧੀ ਸੀ, ਪਰ ਸਾਰੀ ਉਮਰ ਉਹਨੇ ਗਰੀਬੀ ਵਿੱਚ ਹੰਡਾ ਦਿੱਤੀ। ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਦਰਸ਼ਨ ਮੌਤ ਦੀ ਬੁੱਕਲ ਮਾਰ ਸਿਵਿਆਂ ਦੀ ਰਾਖ ਬਣ ਗਿਆ ਤੇ ਜੀਤੋ ਨੇ ਲੋਕਾਂ ਦੇ ਖੇਤਾਂ ਵਿੱਚ ਦਿਹਾੜੀਆਂ ਕਰ ਭੁੱਖ ਦੇ ਫਾਕੇ ਕੱਟ ਔਖੇ ਸੌਖੇ ਆਪਣੇ ਬੱਚੇ ਪਾਲ ਲਏ। ਹੁਣ ਜਦੋਂ 17-72 ਰੋਗੀ ਗਰੀਬੀ ਨਾਲ ਜੂਝਦੀ, ਹਾਲੇ ਵੀ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਈ ਰਹਿੰਦੀ। ਅੱਜ ਉਹ ਆਪਣੀ ਭੈਣ ਕਰਮੀ ਨੂੰ ਵੇਖ ਸਾਰੇ ਦੁੱਖ ਭੁੱਲ ਗਈ, ਪਰ ਅੱਜ ਉਸਦੇ ਮਨ ਨੂੰ ਹੈਰਾਨੀ ਦੀਆਂ ਤੰਦਾਂ ਵੀ ਨਾਲੋਂ ਨਾਲ ਵਲੇਟੇ ਪਾ ਰਹੀਆਂ ਸਨ ਕਿ ਕਰਮੀ ਨੇ ਉਸਨੂੰ ਕਿਉਂ ਲੱਭਿਆ, ਕਿੰਜ ਲੱਭਿਆ, ਉਹ ਵੀ ਇੰਨੇ ਸਾਲਾਂ ਬਾਅਦ। ਉਸਦੀ ਹੈਰਾਨੀ ਦੀਆਂ ਤੰਦਾਂ ਨੂੰ ਕਰਮੀ ਨੇ ਆਪੇ ਹੀ ਇੱਕ ਇੱਕ ਕਰਕੇ ਤੋੜਨਾ ਸ਼ੁਰੂ ਕਰ ਦਿੱਤਾ ਜਦੋਂ ਉਸਨੇ ਦੱਸਿਆ ਕਿ ਉਸ ਨਾਲ ਵੈਰ ਕਮਾਉਣ ਵਾਲੇ ਉਸਦੇ ਭਰਾ ਅਵਤਾਰ ਫੌਜੀ ਦੀ ਜਾਨ ਅਟਕੀ ਪਈ ਹੈ ਇੱਕ ਵਾਰ ਜੀਤੋ ਨੂੰ ਵੇਖਣ ਲਈ। ਉਹ ਆਪਣੀ ਭੈਣ ਜੀਤੋ ਤੋਂ ਆਪਣੇ ਗੁਨਾਹ ਦੀ ਇੱਕ ਵਾਰ ਮਾਫੀ ਮੰਗਣਾ ਚਾਹੁੰਦਾ ਹੈ। ਜੀਤੋ ਭੈਣ ਕਰਮੀ ਨੂੰ ਪੁੱਛਣ ਲੱਗੀ, ਬੀਬੀ ਦਾ ਕੀ ਹਾਲ ਹੈ ਤੇ ਬਾਪੂ, ਉਹਦੀ ਸਿਹਤ ਕਿਵੇਂ ਹੈ? ਜੀਤੋ ਦੇ ਪ੍ਰਸ਼ਨ ਸੁਣ ਕਰਮੀ ਅੱਖਾਂ ਭਰ ਕੇ ਕਹਿਣ ਲੱਗੀ, ਬੀਬੀ ਤੇ ਬਾਪੂ ਤਾਂ ਕਦੋਂ ਦੇ ਗੁਜ਼ਰ ਗਏ। ਭਾਵੇਂ ਆਖਰੀ ਸਮੇਂ ਬਾਪੂ ਨੇ ਵੀਰੇ ਦੇ ਬਹੁਤ ਤਰਲੇ ਕੀਤੇ ਤੈਨੂੰ ਵੇਖਣ ਲਈ, ਪਰ ਸਾਡੇ ਅੜਬ ਵੀਰੇ ਨੇ ਬਾਪੂ ਦੀ ਵਾਹ ਨਾ ਚੱਲਣ ਦਿੱਤੀ। ਜੀਤੋ ਕਰਦਾ ਹੀ ਤੁਰ ਗਿਆ। ਬੇਬੇ ਵਿਚਾਰੀ ਤਾਂ ਆਖਰੀ ਵੇਲੇ ਝੱਲਿਆਂ ਵਾਂਗ ਹੋ ਗਈ ਸੀ, ਗੁੰਮ ਸੁੰਮ ਹੀ ਰਹੀ, ਮੂੰਹੋਂ ਕੁਝ ਨਾ ਬੋਲਦੀ, ਪਤਾ ਨਹੀਂ ਢਿੱਡ ਵਿੱਚ ਹੀ ਕੀ ਕੁਝ ਲੈ ਗਈ। ਆਪਣਾ ਦੁੱਖ ਕਿਸੇ ਅੱਗੇ ਨਾ ਫਰੋਲਿਆ ਕਦੇ। ਪਹਿਲਾਂ ਤਾਂ ਕਦੀ ਕਦਾਈ ਮੇਰੇ ਅੱਗੇ ਰੂ ਲੈਂਦੀ ਸੀ ਤੈਨੂੰ ਯਾਦ ਕਰਕੇ, ਪਰ ਆਖਰੀ ਵੇਲੇ ਤਾਂ ਉਹ ਵੀ ਜਿਵੇਂ ਭੁੱਲ ਗਈ। ਕਰਮੀ ਬੇਬੇ ਬਾਪੂ ਦੀਆਂ ਆਖਰੀ ਘੜੀਆਂ ਨੂੰ ਯਾਦ ਕਰ ਜੀਤੋ ਨੂੰ ਦੱਸਦੀ ਰਹੀ
ਤੇ ਜੀਤੋ ਦੇ ਅੰਦਰ ਟੁੱਟ ਭੱਜ ਹੁੰਦੀ ਰਹੀ। ਉਸ ਦੇ ਕੋਇਆਂ 'ਚੋਂ ਪਾਣੀ ਗਿੜਦਾ ਰਿਹਾ। ਦੋਵੇਂ ਭੈਣਾਂ ਮਾਂ ਪਿਓ ਦੀਆਂ ਯਾਦਾਂ ਦੀ ਚੰਗੇਰ ਨੂੰ ਮਨ ਦੀ ਸਰਦਲ ਤੇ ਬੋਝ ਇੱਕ ਦੂਜੇ ਨੂੰ ਕਲਾਮੇ ਵਿੱਚ ਲੈ ਕਿੰਨਾ ਚਿਰ ਰੋਂਦੀਆਂ ਰਹੀਆਂ। ਕੁਝ ਚਿਰ ਮਗਰੋਂ ਕਰਮੀ ਆਪੇ ਦੱਸਣ ਲੱਗੀ ਕਿ ਅੱਜ ਵੀਰਾ ਸ਼ਾਇਦ ਆਪਣੇ ਕਰਮਾਂ ਦੀ ਸਜ਼ਾ ਭੁਗਤ ਰਿਹਾ। ਉਸ ਦੀ ਜਾਨ ਅਟਕੀ ਪਈ ਹੈ ਘੰਡ ਵਿੱਚ ਤੈਨੂੰ ਵੇਖਣ ਲਈ। ਉਹ ਤੜਕੇ ਤੋਂ ਆਥਣ ਇੱਕ ਟੱਕ ਪਿਆ ਛੱਤ ਵੱਲ ਵੇਖਦਾ ਰਹਿੰਦਾ। ਜਦੋਂ ਕੋਈ ਕੋਲ ਜਾਂਦਾ ਤਾਂ ਤਰਪ ਕੇ ਆਖਦਾ, ਆ ਗਈ ਜੀਤੋ। ਭੈਣ, ਤੈਨੂੰ ਰੱਬ ਦਾ ਵਾਸਤਾ ਇੱਕ ਵਾਰ ਵੇਖ ਲੈ ਉਹਨੂੰ। ਤੈਨੂੰ ਵੇਖ ਕੇ ਸ਼ਾਇਦ ਉਹਦੀ ਵੀ ਮੁਕਤੀ ਹੋ ਜਾਵੇ। ਜੀਤੋ ਚੁੱਪ ਵੱਟ ਖੜੀ ਰਹੀ। ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਸ ਭਰਾ ਨੂੰ ਕਿੰਜ ਮਿਲਣ ਜਾਵੇ ਜਿਹਨੇ ਇੰਨੇ ਵਰੇ ਉਸ ਦੀ ਕੋਈ ਬਾਤ ਨਾ ਪੁੱਛੀ। ਮਾਂ ਪਿਓ ਦੇ ਮਰਨ ਤੇ ਉਸ ਨੂੰ ਨਾ ਸੱਦਿਆ। ਉਹ ਚੁੱਪ ਉਂਝ ਦੀ ਉਂਝੀ ਬੋੜ ਕੋਲ ਬੋੜ ਵਾਂਗੂ ਖੜੀ ਰਹੀ। ਗੱਲ ਨੂੰ ਅੱਗੇ ਤੋਰਦਿਆਂ ਕਰਮੀ ਨੂੰ ਪੁੱਛਣ ਲੱਗੀ, ਤੈਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਇਸ ਪਿੰਡ ਵਿੱਚ ਹਾਂ? ਕਰਮੀ ਦੱਸਣ ਲੱਗੀ, ਤਾਂ ਭਲਾ ਹੋਵੇ ਬਚਨੇ ਬੁੜੇ ਦਾ। ਇੱਕ ਵਾਰ ਅਵਤਾਰ ਫੌਜੀ ਵੀਰੇ ਨੇ ਸ਼ਰਾਬ ਦੀ ਲੋਰ ਵਿੱਚ ਉਸ ਨੂੰ ਤੇਰੇ ਬਾਰੇ ਦੱਸਿਆ ਸੀ। ਨਾਲ ਹੀ ਧਮਕੀ ਵੀ ਦੇ ਦਿੱਤੀ ਸੀ ਕਿ ਜੇ ਇਹਦੀ ਸੂਹ ਕਿਸੇ ਨੂੰ ਲੱਗੀ ਤਾਂ ਤੇਰੀ ਖੈਰ ਨਹੀਂ। ਬਚਨਾ ਬੁੜਾ ਇੰਨਿਆਂ ਵਰਿਆਂ ਤੱਕ ਤਾਂ ਵੀਰੇ ਦੀ ਦਿੱਤੀ ਧਮਕੀ ਨਾਲ ਹੀ ਚਿੰਬੜਿਆ ਰਿਹਾ। ਪਰ ਹੁਣ ਵੀਰੇ ਨੂੰ ਮੰਜੇ ਤੇ ਪਿਆ ਵੇਖ ਉਹਦੀ ਆਖਰੀ ਇੱਛਾ ਦੀ ਪੂਰਤੀ ਲਈ ਉਹ ਮੇਰੇ ਨਾਲ ਤੁਰ ਪਿਆ। ਜੀਤੋ ਬਿਨਾਂ ਕੁਝ ਬੋਲਿਆਂ ਘਰ ਵੱਲ ਤੁਰ ਪਈ। ਕਰਮੀ ਤੇ ਬਚਨਾ ਬੁੜਾ ਉਹਦੀਆਂ ਪੈੜਾਂ ਨੂੰ ਬੋਚਦੇ ਹੋਏ ਉਹਦੇ ਮਗਰ ਤੁਰ ਪਏ, ਇਸ ਆਸ ਨਾਲ ਕਿ ਜੀਤੋ ਉਹਨਾਂ ਦੇ ਨਾਲ ਆਪਣੇ ਪੇਕੇ ਘਰ ਆਖਰੀ ਸਾਹਾਂ ਤੇ ਪਏ ਵੀਰੇ ਦੀ ਆਖਰੀ ਇੱਛਾ ਲਈ ਉਹਨਾਂ ਨਾਲ ਤੁਰ ਪਵੇਗੀ। ਘਰ ਪਹੁੰਚ ਕੇ ਜੀਤੋ ਨੇ ਜਦੋਂ ਆਪਣੀਆਂ ਨੂੰਹਾਂ ਨਾਲ ਆਪਣੀ ਭੈਣ ਤੇ ਬਚਨੇ ਬੁੜੇ ਨੂੰ ਮਿਲਾਇਆ ਤੇ ਆਪਣੇ ਮੰਜੇ ਤੇ ਪਏ ਵੀਰੇ ਬਾਰੇ ਦੱਸਿਆ ਤਾਂ ਉਸਦੀਆਂ ਨੂੰਹਾਂ ਹੈਰਾਨ ਸਨ ਕਿ ਜਿਹੜੇ ਪੇਕੇ ਕਦੇ ਉਹਦੇ ਦੁੱਖ ਸੁੱਖ ਵਿੱਚ ਨਹੀਂ ਖੜੇ, ਉਹ ਅੱਜ ਕਿਸ ਹੱਕ ਨਾਲ ਜੀਤੋ ਨੂੰ ਲੈਣ ਆਏ। ਉਸਦੀ ਵੱਡੀ ਨੂੰਹ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਸਾਡੀ ਬੀਬੀ ਅਸੀਂ ਨਹੀਂ ਭੇਜਣੀ, ਕਿਉਂਕਿ ਉਸ ਦੀਆਂ ਨੂੰਹਾਂ ਜੀਤੋ ਨਾਲ ਮੋਹ ਦੀਆਂ ਤੰਦਾਂ ਵਿੱਚ ਬੱਝੀਆਂ ਪਈਆਂ ਨੇ। ਉਹ ਜੀਤੋ ਦਾ ਕੋਈ ਦੁੱਖ ਨਹੀਂ ਸਹਾਰ ਸਕਦੀਆਂ। ਧੀਆਂ ਵਾਂਗੂ ਜੀਤੋ ਨਾਲ ਹਮੇਸ਼ਾ ਖੜੀਆਂ। ਜਦੋਂ ਜੀਤੋ ਆਪਣੇ ਪੇਕਿਆਂ ਨੂੰ ਯਾਦ ਕਰ ਕਰਕੇ ਰੋਈ ਹੈ, ਉਹਨਾਂ ਜੀਤੋ ਨੂੰ ਆਪਣੀ ਮਾਂ ਵਾਂਗੂ ਸੰਭਾਲਿਆ। ਵੱਡੀ ਮੂੰਹ ਦੇ ਇਨਕਾਰ ਤੋਂ ਬਾਅਦ ਜੀਤੋ ਦੇ ਚਿਹਰੇ ਤੇ ਉੱਭਰਦੇ ਹਾਵ ਭਾਵ ਨੂੰ ਵੇਖ ਛੋਟੀ ਮੂੰਹ ਨੇ ਨੀਚ ਨਾਲ ਵੇਖਿਆ। ਉਹ ਵੀ ਜੀਤੋ ਦੇ ਗੱਲ ਨੂੰ ਜੱਫੀ ਪਾ ਆਖਣ ਲੱਗੀ, ਬੀਬੀ ਰੋਂਦੀ ਕਾਹਨੂੰ ਆ? ਮੈਨੂੰ ਪਤਾ ਹੈ ਪੇਕੇ ਜਿਹੋ ਜਿਹੇ ਵੀ ਹੋਣ, ਧੀਆਂ ਹਮੇਸ਼ਾ ਪੇਕਿਆਂ ਨੂੰ ਉਡੀਕਦੀਆਂ। ਅੱਜ ਤੇਰਾ ਵੀਰਾ ਤੈਨੂੰ ਉਡੀਕਦਾ ਹੈ, ਜਾ ਜੇ ਤੇਰੀ ਰੂਹ ਹੈ ਜਾਣ ਦੀ। ਜੀਤੋ ਦੇ ਝੁਰੜੀਆਂ ਲੱਦੇ ਚਿਹਰੇ ਨੂੰ ਵੇਖ ਵੱਡੀ ਨੂੰ ਇੱਕ ਸੂਟ ਝੋਲੇ ਵਿੱਚ ਪਾ ਜੀਤੋ ਦੇ ਹੱਥ ਫੜਾਉਂਦੀ ਹੋਈ ਆਖਣ ਲੱਗੀ, ਲੈ ਬੀਬੀ ਮਿਲਾ ਆਪਣੇ ਵੀਰੇ ਨੂੰ, ਪਰ ਛੇਤੀ ਆਈ, ਤੇਰੇ ਬਿਨਾਂ ਘਰ ਖਾਣ ਨੂੰ ਪੈਂਦਾ। ਜੀਤੋ ਝੋਲਾ ਫੜ ਆਪਣੇ ਪੇਕਿਆਂ ਦੇ ਰਾਹ ਪੈ ਗਈ।